ਬੇਨਤੀ ਕਰਨਾ ਚਾਹੁੰਦਾ ਕਿ ਇਹਨੂੰ ਸੀਰੀਅਸਲੀ ਬਹੁਤ ਗੰਭੀਰਤਾ ਨਾਲ ਸੋਚ ਕੇ ਇਹ ਤੁਸੀਂ ਕਦਮ ਚੱਕੋ। ਤੁਸੀਂ ਹੁਣ ਮੈਨੂੰ ਪੁੱਛੋਗੇ, ਮੈਨੂੰ ਕਈਆਂ ਨੇ ਪੁੱਛਿਆ ਕਿ ਕਦੋਂ ਤੁਸੀਂ ਇਸ ਲੋਕਡਾਊਨ ਨੂੰ ਚੱਕੋਗੇ। ਲੋਕਡਾਊਨ ਤਾਂ ਚੱਕਿਆ ਅਸੀਂ ਚੱਕਿਆ ਹੀ ਚੱਕਿਆ, ਕਿਉਂਕਿ 7 ਵਜੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਤੁਹਾਨੂੰ ਅਸੀਂ ਪੂਰੀ ਖੁੱਲ੍ਹ ਛੁੱਟੀ ਦੇ ਸਕਦੀ ਹੈ ਕਿ ਤੁਸੀਂ ਬਾਹਰ ਜਾ ਕੇ ਆਪਣੀ ਦੁਕਾਨਾਂ ਜਿਹੜਾ ਕੁਝ ਖਰੀਦਣਾ ਤੁਸੀਂ ਖਰੀਦੋ। ਲੇਕਿਨ ਸ਼ਾਮ ਦੇ 7 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਉਹ ਗਵਰਨਮੈਂਟ ਆਫ ਇੰਡੀਆ ਦੀ ਕਰਫਿਊ ਹੈ। ਹੁਣ ਗਵਰਨਮੈਂਟ ਆਫ ਇੰਡੀਆ ਕੀ ਦੱਸਦੇ ਨੇ ਉਹ ਦੇਖਾਂਗੇ 31 ਤਰੀਕ ਨੂੰ। 31 ਤਰੀਕ ਨੂੰ ਪ੍ਰਾਈਮ ਮਿਨਿਸਟਰ ਜ਼ਰੂਰ ਕੁਛ ਨਾ ਕੁਛ ਐਲਾਨ ਕਰਨਗੇ, ਕਿਉਂਕਿ ਉਹਨਾਂ ਦਾ ਲੋਕਡਾਊਨ 31 ਤਰੀਕ ਤੱਕ ਹੈ ਕਰਫਿਊ। ਹੁਣ ਤਾਂ ਹੀ ਸੁਧਰਿਆ ਕੰਮ, ਔਰ ਮੈਂ ਨਹੀਂ ਚਾਹੁੰਦਾ ਕਿ ਇੱਕ ਆਊਟ ਆਫ ਕੰਟਰੋਲ ਚਲਾ ਜਾਏ। ਬੰਬਈ ਦੇ ਵਿੱਚ ਦੇਖਿਆ ਤੁਸੀਂ, ਲੱਖਾਂ ਦੇ ਬੰਦੇ ਉੱਥੇ ਹੋਏ ਨੇ। ਅਮਰੀਕਾ 1 ਲੱਖ ਤਾਂ ਮਰ ਗਏ ਉੱਥੇ, ਔਰ ਪਤਾ ਨਹੀਂ 17 ਲੱਖ ਨੇ ਜਿਹੜੇ ਇਸ ਵੇਲੇ ਕੋਵਿਡ ਦੇ ਨਾਲ ਨੇ। UK ਦੇਖੋ 34,000 ਮਰ ਗਏ, ਔਰ ਪਤਾ ਨਹੀਂ ਕਿੰਨੇ ਲੱਖਾਂ 'ਚ ਉੱਥੇ ਜਰਮਨੀ ਦੇ ਵਿੱਚ, ਸਵਿਟਜ਼ਰਲੈਂਡ ਵਿੱਚ, ਸਾਰੇ ਮੁਲਕਾਂ ਦੇ ਵਿੱਚ ਇਹੀ ਹੋ ਰਿਹਾ। ਤਾਂ ਅਸੀਂ ਆਪਣੇ ਪੰਜਾਬ ਨੂੰ ਬਚਾਇਆ ਹੋਇਆ, ਔਰ ਹੁਣ ਇਹੋ ਜਿਹੀ ਗੱਲ ਨਾ ਆਪਾਂ ਕੋਈ ਕਰ ਦਈਏ ਜਿਹਦੇ ਨਾਲ ਬਿਲਕੁਲ ਆਪਾਂ ਹੋਰ ਨੁਕਸਾਨ ਕਰਾ ਲਈਏ ਆਪਣਾ। ਤਾਂ ਮੇਰੀ ਇਹੀ ਬੇਨਤੀ ਤੁਹਾਨੂੰ ਕੋਵਿਡ ਵਿੱਚ ਕੁਛ ਹੁਣ ਤੁਹਾਡੇ ਸਵਾਲ ਆਏ ਨੇ, ਉਹ ਸਵਾਲ ਮੈਂ ਹੁਣ ਤੁਹਾਡੇ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਪਹਿਲਾ ਸਵਾਲ ਤਾਂ ਇਹ ਕੀ ਤੁਸੀਂ ਕਰ ਸਕੋਗੇ, ਉਹਨਾਂ ਨੇ ਕਿਸੇ ਨੇ ਪੁੱਛਿਆ ਦੀਪਾਂਸ਼ੂ ਜੀ ਨੇ, ਕਿ ਆਪਣੀਆਂ ਨੌਕਰੀਆਂ ਆਪਾਂ ਪੰਜਾਬ 'ਚ ਵਧਾ ਸਕੀਏ। ਦੇਖੋ ਵੀਰੋ, ਨੌਕਰੀਆਂ ਬਣਦੀਆਂ ਨੇ ਕੈਸੇ? ਸਰਕਾਰੀ ਨੌਕਰੀਆਂ ਹੁੰਦੀਆਂ ਨੇ, ਪਰ ਉਹ ਤਾਂ ਛੋਟੀਆਂ ਹੀ ਹੁੰਦੀਆਂ ਨੇ। ਜਿੰਨੇ ਰਿਟਾਇਰ ਹੁੰਦੇ ਨੇ ਉਹਨੇ ਨਵੇਂ ਬੰਦੇ ਆ ਜਾਂਦੇ ਨੇ, ਕੋਈ ਨਵੀਂ ਕੋਈ ਚੀਜ਼ ਲੱਗ ਜਾਂਦੀ ਹੈ, ਉਹਦੇ ਥੋੜ੍ਹੇ ਜਿਹੇ ਹੋਰ ਲੱਗ ਜਾਂਦੇ ਨੇ। ਇੰਡਸਟਰੀ ਦੇ ਵਿੱਚ ਹੁਣ ਖੁਸ਼ੀ ਦੀ ਇਹ ਗੱਲ ਹੈ ਕਿ ਪਹਿਲਾਂ ਜਿੱਥੇ 2% ਸੀ, ਔਰ ਸਿਰਫ 2% ਸਾਡੀ 2,56,000 ਦੇ ਵਿੱਚੋਂ ਇੰਡਸਟਰੀ ਚੱਲ ਰਹੀ ਸੀ। ਉਹ ਗੋਬਿੰਦਗੜ੍ਹ ਥੋੜ੍ਹੀ ਬਹੁਤੀ, ਔਰ ਥੋੜ੍ਹੀ ਫਾਰਮਾਸਿਊਟੀਕਲ ਇੰਡਸਟਰੀ ਚੱਲ ਰਹੀ ਸੀ। ਹੁਣ ਕੁਛ ਦਿਨਾਂ 'ਚ ਜਦ ਤੋਂ ਇਹ ਖੋਲ੍ਹਿਆ ਸੈਂਟਰ ਨੇ, ਉਦੋਂ ਤੋਂ 85% ਦੀ ਸਾਡੀ ਇੰਡਸਟਰੀ ਹੁਣ ਚੱਲ ਪਈ ਹੈ, ਔਰ ਸਾਡੇ ਲੇਬਰ ਵੀ ਉੱਥੇ ਹੈ। ਤੁਸੀਂ ਨੌਕਰੀਆਂ ਦੀ ਗੱਲ ਕੀਤੀ, 65% ਸਾਡੀ ਲੇਬਰ ਇਸ ਵੇਲੇ ਸਾਡੇ ਉਹ ਫੈਕਟਰੀਆਂ ਦੇ ਵਿੱਚ ਕੰਮ ਕਰ ਰਹੀ ਹੈ। ਸੋ ਇਹ ਲੇਬਰ ਦਾ ਤਾਂ ਆਹੀ ਤਰੀਕਾ ਹੈ। ਹੁਣ ਝੋਨੇ ਦੀ ਬਿਜਾਈ ਸ਼ੁਰੂ ਹੋਣੀ ਆ, ਉੱਥੇ ਵੀ ਲੇਬਰ ਲੱਗੂ। ਫਿਰ ਵਾਢੀ ਹੋਣੀ ਆ, ਉੱਥੇ ਵੀ ਲੱਗੂ। ਫਿਰ ਕਣਕ ਦੀ ਬਿਜਾਈ ਹੋ, ਉੱਥੇ ਵੀ ਲੱਗੂ। ਤਾਂ ਸਾਰੀਆਂ ਇਹ ਕੋਈ ਖੇਤੀਬਾੜੀ ਨਾਲ ਸੰਬੰਧਿਤ ਨੇ, ਕੋਈ ਫੈਕਟਰੀਆਂ ਦੇ ਨਾਲ ਸੰਬੰਧਿਤ ਨੇ, ਕੋਈ ਹੋਰ ਨੌਕਰੀਆਂ ਨੇ ਜਿਹੜੀਆਂ ਲੋਕ ਆਪਣੀਆਂ ਕਰਦੇ ਨੇ, ਕੋਈ ਕੰਸਟਰਕਸ਼ਨ ਇੰਡਸਟਰੀ ਵਿੱਚ ਹੈ, ਕੋਈ ਕਿਤੇ ਹੈ। ਫਿਰ ਤੁਸੀਂ ਮੈਨੂੰ ਪੁੱਛਿਆ IT ਇੰਡਸਟਰੀ, ਮਲਟੀਨੈਸ਼ਨਲ IT ਕੰਪਨੀਜ਼ ਤੁਸੀਂ ਪੰਜਾਬ ਦੇ ਵਿੱਚ ਲਿਆਓ। ਇਹ ਤਾਂ ਪਹਿਲਾਂ ਹੀ ਅਸੀਂ ਲਿਆਏ ਹੋਏ ਹਾਂ। ਮੋਹਾਲੀ ਅਗਰ ਤੁਸੀਂ ਜਾ ਕੇ ਦੇਖੋ, ਜਦੋਂ ਮੇਰੀ ਪਹਿਲੀ ਸਰਕਾਰ ਸੀ, ਅਸੀਂ ਇੰਨੀਆਂ ਉੱਥੋਂ ਲਿਆਈਏ। ਕੁਆਰਕ ਲੱਗੀ ਸੀ, ਜਿਹੜੇ ਤੁਸੀਂ ਵੱਡੇ ਵੱਡੇ ਨਾਮ ਜਾਣਦੇ ਹੋ, ਸਾਰੇ ਇੱਥੇ ਆਏ ਹੋਏ ਸੀ। ਕਿ ਕੁਛ ਰੁਕਿਆ ਕੰਮ, ਕੁਛ ਬਦਲ ਗਿਆ ਕੰਮ। ਹੁਣ IT ਇੰਡਸਟਰੀ ਵੀ ਐਡਵਾਂਸ ਕਰ ਰਹੀ ਹੈ, ਕੁਛ ਕਿਸੇ ਤਰੀਕੇ ਨਾਲ ਚੱਲਦੀ ਹੈ, ਕੋਈ ਕਿਸੇ ਤਰੀਕੇ ਨਾਲ ਚੱਲਦੀ ਹੈ। ਤਾਂ ਹਾਲੇ ਵੀ ਚੱਲ ਰਹੀਆਂ ਨੇ, ਇੱਥੇ ਕਈ ਉਰੇ ਆਈਆਂ ਨੇ। ਵਾਧਾ ਉਹਨਾਂ 'ਚ ਆਉਣਾ। ਹੁਣ ਅਗਰ ਹਾਲਾਤ ਸੁਧਰਨਗੇ ਤਾਂ ਫਿਰ ਵਾਧਾ ਉਹਨਾਂ ਦੇ ਵਿੱਚ ਉਦੋਂ ਆਊਗਾ। ਇਹ ਜਸਟਿਸ ਸਿੱਧੂ ਸਾਹਿਬ ਨੇ ਅਤੇ ਗੌਰਵ ਕੁਮਾਰ ਜੀ ਨੇ ਫਾਜ਼ਿਲਕਾ ਤੋਂ ਪੁੱਛਿਆ ਮੈਨੂੰ। ਔਰ ਫਿਰ ਮੈਨੂੰ ਰੁਚਿਕਾ ਜੀ ਨੇ ਮੈਨੂੰ ਇਹ ਪੁੱਛਿਆ, ਤੁਹਾਨੂੰ 2% ਸਾਡੀ ਜਿਹੜੀ GSTP ਹੈ 6 ਲੱਖ ਕਰੋੜ, ਉਹਨਾਂ ਦੇ ਵਿੱਚੋਂ ਸਾਨੂੰ 3% ਦਾ ਲੋਨ ਲੈਣ ਵਾਸਤੇ ਇਜਾਜ਼ਤ ਹੈ। ਉਹ ਅਸੀਂ 2% ਹੋਰ ਮੰਗੀ ਸੀ ਕਿ 3% ਤੋਂ ਤੁਸੀਂ 5% ਕਰ ਦਿਓ ਕਿ ਅਸੀਂ ਲੈ ਸਕੀਏ, ਔਰ ਉਹ ਇਜਾਜ਼ਤ ਉਹਨਾਂ ਨੇ ਦੇ ਦਿੱਤੀ ਹੈ ਸਾਨੂੰ। ਲੇਕਿਨ ਉਹਦੇ 'ਤੇ ਇਹਨਾਂ ਨੇ ਕੰਡੀਸ਼ਨ ਲਗਾ ਦਿੱਤੇ। ਹੁਣ ਇਹ ਕੰਡੀਸ਼ਨ ਨਹੀਂ ਲੱਗ ਸਕਦੇ। ਇਹ ਫੈਡਰਲ ਸਟਰਕਚਰ ਹੈ। ਸਾਡਾ ਆਰਥਿਕਤਾ ਸਾਡੇ ਆਪਣੇ ਹੱਥਾਂ ਦੇ ਵਿੱਚ ਹੈ, ਸਾਡੇ ਹੱਥਾਂ ਦੇ ਵਿੱਚ। ਫਾਈਨੈਂਸ਼ੀਅਲ ਜਿਹੜੇ ਇੰਸਟੀਟਿਊਸ਼ਨਸ ਨੇ ਕੈਸੇ ਚੱਲਦੀਆਂ ਨੇ, ਉਹ ਸਾਡਾ ਕੰਮ ਹੈ। ਫਾਈਨੈਂਸ ਕੈਸੇ ਚੱਲਦੇ ਨੇ ਕਿਸੇ ਮਹਿਕਮੇ ਦੇ, ਉਹ ਸਾਡਾ ਕੰਮ ਹੈ। ਔਰ ਤੁਸੀਂ ਨਹੀਂ ਲਗਾ ਸਕਦੇ ਇਹਦੇ 'ਤੇ ਕਿ ਤੁਸੀਂ ਉਹਦੇ 'ਤੇ ਲਗਾ ਦਿਓ ਕਿ ਜਿਹੜਾ ਅਗਰ ਤੁਸੀਂ ਇਹ 0.5% ਲੈਣਾ ਤਾਂ ਇਹ ਕਰਨਾ ਪਊ, ਜਾਂ 1% ਲੈਣਾ ਤਾਂ ਇਹ ਕਰਨਾ ਪਊ। ਤੁਹਾਡੇ ਹੱਥ 'ਚ ਨਹੀਂ। ਅਸੀਂ ਨਹੀਂ ਇਸ ਗੱਲ ਨੂੰ ਮੰਨਦੇ। ਐਂਡ ਇਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਨੂੰ ਇਸ ਨੂੰ ਅਮੈਂਡ ਕਰਨਾ ਪਊਗਾ ਕਿ ਅਨਕੰਡੀਸ਼ਨਲ ਇਹ ਸਾਨੂੰ ਇਹ ਪੈਸੇ ਦੇਣੇ ਪੈਣਗੇ ਉਹਨਾਂ ਨੂੰ, ਜਿਹਦੇ ਨਾਲ ਅਸੀਂ ਆਪਣੇ ਪੰਜਾਬ ਨੂੰ, ਸਾਨੂੰ ਪਤਾ ਹੈ ਕਿ ਸਾਡੇ ਕਿਹੜੇ ਮਹਿਕਮੇ ਦੇ ਵਿੱਚ ਸਾਨੂੰ ਕੀ ਕੁਛ ਲੋੜ ਹੈ, ਔਰ ਸਾਡਾ ਪੈਸਾ ਹੈ, ਅਸੀਂ ਉਧਾਰ ਲੈ ਰਹੇ ਹਾਂ ਔਰ ਅਸੀਂ ਮੋੜਨਾ ਹੈ, ਔਰ ਤੁਸੀਂ ਸਾਨੂੰ ਦੱਸੋ ਕਿ ਕੈਸੇ ਕਰੋ। ਇਹ ਕੈਸੇ ਚੱਲ ਸਕਦਾ ਕੰਮ? ਇਹੀ ਸਾਡੀ ਪ੍ਰੋਬਲਮ ਅੱਜ ਤੋਂ ਨਹੀਂ, ਜਦ ਝਗੜਾ ਵੀ ਪੰਜਾਬ ਦੇ ਵਿੱਚ ਇੱਕ ਵਾਰ ਹੋਇਆ ਸੀ ਕਈ ਸਾਲ 1970-80 ਦੇ ਵਿੱਚ, ਇੱਕ ਜਿਹੜੀ ਮੰਗ ਸੀ ਆਈ ਸੀ ਫੈਡਰਲ ਸਟਰਕਚਰ ਦੀ, ਜਿਹੜੀ ਕਿ ਤੁਸੀਂ ਸਾਡੇ ਤੋਂ ਸਾਰੀਆਂ ਤਾਕਤਾਂ ਖਿੱਚ ਰਹੇ ਹੋ।
ਇਹ ਬਿਲਕੁਲ ਗਲਤ ਬਾਤ ਹੈ। ਅਸੀਂ ਸਟੇਟ ਹੈ, ਅਸੀਂ ਚਲਾਉਂਦੇ ਹਾਂ, ਲੋਕਾਂ ਨੂੰ ਅਸੀਂ ਚਲਾਉਂਦੇ ਹਾਂ, ਔਰ ਇਹ ਅਸੀਂ ਸਾਰੇ ਸਟੇਟ ਰਲ ਕੇ ਇੱਕ ਮੁਲਕ ਬਣਾਉਂਦੇ ਨੇ। ਪਰ ਸਾਡੀ ਜਿਹੜੀ ਆਰਥਿਕਤਾ ਹੈ ਔਰ ਸਾਡੀ ਸੰਭਾਲ ਹੈ, ਉਹ ਸਾਡੇ ਕੋਲ ਹੋਣੀ ਚਾਹੀਦੀ ਹੈ। ਸਾਨੂੰ ਨਹੀਂ ਕਹਿ ਸਕਦਾ ਕੋਈ ਕਿ ਤੁਸੀਂ ਆਹ ਚੀਜ਼ ਕਰੋ ਜਾਂ ਉਹ ਚੀਜ਼ ਕਰੋ, ਜਾਂ ਉਹਦੇ 'ਤੇ ਤੁਸੀਂ ਅਸੀਂ ਇਹ ਕੰਡੀਸ਼ਨ ਲਾਵਾਂਗੇ ਜਾਂ ਉਹ ਕੰਡੀਸ਼ਨ ਲਾਵਾਂਗੇ। ਅਸੀਂ ਇਹਦੇ ਨਾਲ ਸਹਿਮਤ ਨਹੀਂ, ਔਰ ਇਹ ਨਹੀਂ ਹੋਏਗਾ ਸਾਡੇ ਵਾਸਤੇ। ਫਿਰ ਤੁਸੀਂ ਪੁੱਛਿਆ ਸੀ ਕਿ ਹੁਣ ਲੋਕਡਾਊਨ 5 ਦਾ ਕੀ ਹੋਏਗਾ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਲੋਕਡਾਊਨ ਹੈ ਨਾ, ਅੱਧਾ ਸਵੇਰ ਤੋਂ 7 ਵਜੇ ਤੱਕ, ਸ਼ਾਮ ਦੇ 7 ਵਜੇ ਤੱਕ ਅਸੀਂ ਖੋਲ੍ਹ ਦਿੱਤੀ ਸਭ ਕੁਝ, ਕਿ ਆਪਣੇ ਫੈਕਟਰੀਆਂ ਵੀ ਚੱਲਣ, ਕਮਰਸ ਵੀ ਚੱਲੇ, ਆਪਣੇ ਕੰਮਾਂ 'ਚ ਤੁਸੀਂ ਜਾਓ। ਸ਼ਾਮ ਦਾ 7 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਉਹ ਗਵਰਨਮੈਂਟ ਆਫ ਇੰਡੀਆ ਦਾ ਕਰਫਿਊ ਲੱਗਿਆ ਹੋਇਆ ਹੈ। ਉਹ ਹੁਣ ਗਵਰਨਮੈਂਟ ਆਫ ਇੰਡੀਆ ਕੀ ਕਰਦੀ ਹੈ 31 ਤਰੀਕ ਨੂੰ, ਉਹ ਸਾਨੂੰ ਦੱਸਣਗੇ। ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਰਾਹਤ ਦਿੱਤੀ ਜਾਵੇ ਲੋਕਾਂ ਨੂੰ, ਔਰ ਉਹ ਤੁਹਾਨੂੰ ਦੱਸਾਂਗੇ ਕਿ ਕੀ ਹੈ। ਲੇਕਿਨ ਇਸ ਤੋਂ ਪਹਿਲਾਂ ਕਿ ਅਸੀਂ ਇਹ ਫੈਸਲਾ ਕਰੀਏ, ਮੈਂ ਅੱਜ ਆਪਣੇ ਸਲਾਹਕਾਰਾਂ ਨੂੰ ਸਾਰਿਆਂ ਨੂੰ ਸੱਦ ਕੇ ਇਸ ਦੇ ਬਾਰੇ ਗੱਲ ਕੀਤੀ ਸੀ, ਕੋਵਿਡ ਬਾਰੇ। ਡਾਕਟਰ ਸਾਹਿਬ ਨੇ ਸਾਰੇ ਜਿਹੜੀ ਅਸੀਂ ਕਮੇਟੀ ਬਣਾਈ ਹੈ ਇਸ ਵਾਸਤੇ, ਔਰ ਹੁਣ ਅਸੀਂ ਵੇਟ ਕਰ ਰਹੇ ਹਾਂ ਦੇਖਣ ਨੂੰ ਕਿ ਐਲਾਨ ਕਰਨ ਤੋਂ ਪਹਿਲਾਂ ਕਿ ਸੈਂਟਰ ਦੀ ਗਵਰਨਮੈਂਟ ਕੀ ਦੱਸਦੀ ਹੈ। ਉਹ 31 ਤਾਈਂ ਉਹਨਾਂ ਦਾ ਲੋਕਡਾਊਨ ਸੀ, 31 ਤਾਈਂ ਮੇਰਾ ਖਿਆਲ ਪ੍ਰਧਾਨ ਮੰਤਰੀ ਜੀ ਆਪਣਾ ਐਲਾਨ ਕਰਨਗੇ। ਸੈਮ ਨੇ ਮੈਨੂੰ ਪੁੱਛਿਆ ਕਿ ਲੋਕਡਾਊਨ ਅਗਰ ਕੰਟੀਨਿਊ ਕਰੇਗੀ, ਰਿਸਟ੍ਰਿਕਸ਼ਨਸ ਘੱਟ ਹੋਣਗੀਆਂ ਜਾਂ ਨਹੀਂ। ਜ਼ਰੂਰ ਘੱਟ ਕਰਾਂਗੇ। ਇਹ ਤਾਂ ਅਸੀਂ, ਜੈਸੇ ਮੈਂ ਤੁਹਾਨੂੰ ਕਿਹਾ ਕਿ ਡਾਕਟਰ ਅੰਤ ਵਿੱਚ ਦਾ ਫੈਸਲਾ ਗਵਰਨਮੈਂਟ ਆਫ ਇੰਡੀਆ ਔਰ ਅਸੀਂ ਰਲ ਕੇ ਕਰਾਂਗੇ ਇਸ ਗੱਲ 'ਤੇ ਕਿ ਕੀ ਕਰਨਾ ਹੈ, ਕੀ ਨਹੀਂ ਕਰਨਾ। ਲੇਕਿਨ ਅੱਜ ਸਾਰੀ ਦੁਨੀਆ ਜਾ ਰਹੀ ਹੈ ਲੋਕਡਾਊਨ ਨੂੰ ਘਟਾਉਣ ਵਾਸਤੇ, ਕਿਉਂਕਿ ਅਸੀਂ ਆਰਥਿਕਤਾ ਆਪਣੇ ਮੁਲਕ ਦੀ ਔਰ ਆਪਣੇ ਸੂਬਿਆਂ ਦੀ ਕਾਇਮ ਰੱਖਣੀ ਹੈ। ਔਰ ਇਸ ਲਈ ਸਾਨੂੰ ਕੋਈ ਲੋਕਡਾਊਨ ਦੇ ਵਿੱਚ ਕੁਝ ਜਿਹੜਾ ਕੁਝ ਵੀ ਅਸੀਂ ਕਰ ਸਕਦੇ ਹਾਂ, ਉਹ ਅਸੀਂ ਤੁਹਾਡੇ ਫਾਇਦੇ ਵਾਸਤੇ ਅਸੀਂ ਕਰਾਂਗੇ ਇਸ ਨੂੰ। ਕੇਸ ਤੁਸੀਂ ਕਹੇ ਨੇ ਕਿ ਅੰਮ੍ਰਿਤਸਰ ਦੇ ਵਿੱਚ ਡਾਕਟਰ ਕਹਿ ਰਹੇ ਨੇ, ਇਹ ਵਰੁਣ ਨੇ ਅੰਮ੍ਰਿਤਸਰ ਤੋਂ, ਕਿ ਇੱਕ ਕਮਿਊਨਿਟੀ ਸਪਰੈਡ ਹੋ ਰਹੀ ਹੈ। ਇਹੀ ਮੈਂ ਹੁਣੀ ਗੱਲ ਕਰਕੇ ਹਟਿਆ, ਔਰ ਮੈਂ ਤੁਹਾਨੂੰ ਆਪਣੇ ਅੰਮ੍ਰਿਤਸਰ ਦਾ ਹੀ ਦੱਸ ਦਿੰਦਾ ਤੁਹਾਡੇ ਆંકੜੇ ਕੀ ਨੇ। ਆ ਲਓ, ਤੁਹਾਡੇ ਅੰਮ੍ਰਿਤਸਰ ਦੇ ਵਿੱਚ ਕੱਲ੍ਹ ਦੇ ਦਿਨ 7 ਕੇਸ ਨਵੇਂ ਆਏ ਨੇ। ਉਹ 7 ਕੇਸ, ਇੱਕ ਨਵਾਂ ਕੇਸ ਹੈ ਜਿਹੜਾ ਕਿਤੋਂ ਬਾਹਰੋਂ ਆਇਆ, ਔਰ 6 ਕਹੇ ਜਿਹੇ ਕੇਸ ਨੇ ਜੋ ਕੰਟੈਕਟ ਕੇਸ ਨੇ ਇੱਕ ਦੂਜੇ ਨੂੰ ਮਿਲ ਕੇ। ਸੋ ਜੋ ਤੁਹਾਨੂੰ ਡਾਕਟਰ ਅੰਮ੍ਰਿਤਸਰ ਦੇ ਵਿੱਚ ਕਹਿ ਰਹੇ ਨੇ, ਸਹੀ ਕਹਿ ਰਹੇ ਨੇ। ਇਹ ਹੁਣ ਆਪਸ 'ਚ ਫੈਲ ਰਹੀ ਹੈ ਗੱਲ, ਆਪਣੇ ਸ਼ਹਿਰਾਂ ਦੇ ਵਿੱਚ, ਆਪਣੇ ਮੁਹੱਲਿਆਂ ਦੇ ਵਿੱਚ, ਜਿੱਥੇ ਵੀ ਹੈ, ਔਰ ਇਹ ਖਤਰਨਾਕ ਚੀਜ਼ ਹੈ। ਔਰ ਇਸ ਦਾ ਤਾਂ ਹੀ ਅਸੀਂ ਇਸ ਨੂੰ ਫੈਸਲਾ ਕਰਨ ਵੇਲੇ ਅਸੀਂ ਇਹਦਾ ਧਿਆਨ ਜ਼ਰੂਰ ਕਰਾਂਗੇ ਇਸ ਗੱਲ ਨੂੰ। ਔਰ ਤੁਸੀਂ ਇਹ ਫਿਰ ਪੁੱਛਿਆ ਕਿ ਜੋਗਾ ਸਿੰਘ ਚੌਹਾਨ ਨੇ ਕਿ ਪ੍ਰਾਈਵੇਟ ਬੱਸਾਂ ਪਿੰਡਾਂ ਵਿੱਚ ਕਦੋਂ ਚੱਲਣਗੀਆਂ। ਸਾਡੇ ਵੱਲੋਂ ਕੋਈ ਰੁਕਾਵਟ ਨਹੀਂ। ਅਗਰ ਪ੍ਰਾਈਵੇਟ ਬੱਸਾਂ ਨਹੀਂ ਚੱਲਦੀਆਂ, ਉਹ ਉਹਨਾਂ ਦੀ ਆਪਣੀ ਸੋਚ ਹੋਣੀ ਹੈ। ਪੰਜਾਬ ਸਰਕਾਰ ਨੇ ਤਾਂ ਖੁੱਲ੍ਹ ਕਰ ਦਿੱਤੀ ਹੈ ਕਿ ਤੁਸੀਂ ਜਿਹੜੀ ਬੱਸਾਂ ਨੇ ਚੱਲਣਾ, ਜਿਹੜੀ ਬੱਸਾਂ ਕੰਪਨੀਆਂ ਨੇ ਚੱਲਣੀਆਂ, ਉਹ ਚਲਾਉਣ। ਜਿਹੜੇ ਲੋਕ ਆ ਰਹੇ ਨੇ ਬਾਹਰੋਂ, ਉਹਨਾਂ ਨੂੰ ਸਾਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ। ਕਈਆਂ ਦਾ ਜਿਨ੍ਹਾਂ ਦਾ ਕੋਈ ਸਿੰਪਟਮ ਨਹੀਂ, ਜਿੱਥੇ ਕੋਈ ਇਹੋ ਜਿਹੀ ਲੱਗਦੀ ਨਹੀਂ ਕਿ ਇਹਨਾਂ ਨੂੰ ਕੁਛ ਹੈ, ਕੋਈ ਬਿਮਾਰੀ, ਉਹਨਾਂ ਨੂੰ ਅਸੀਂ ਘਰ ਭੇਜਦੇ ਹਾਂ ਔਰ ਉੱਥੇ ਘਰ ਦੇ ਵਿੱਚ ਕੁਆਰੰਟੀਨ ਕਰਵਾ ਰਹੇ ਹਾਂ। ਉਹ ਕੁਆਰੰਟੀਨ 14 ਦਿਨ ਦੀ ਰਹਿੰਦੀ ਹੈ। ਕੁਆਰੰਟੀਨ ਦਾ ਮਤਲਬ ਉੱਥੇ ਬੰਦ ਆਪਣੇ ਘਰਾਂ 'ਚ ਉਹਨਾਂ ਨੂੰ ਰਹਿਣਾ ਪਊ। ਬਾਹਰ ਇੱਕ ਨੋਟਿਸ ਲੱਗ ਜੂ ਕਿ ਘਰ ਕੁਆਰੰਟੀਨ ਦੇ ਵਿੱਚ ਹੈ, ਔਰ ਮੈਡੀਕਲ ਐਡਵਾਈਸ ਦੇ ਅਧੀਨ, ਮੈਡੀਕਲ ਸੰਭਾਲ ਦੇ ਅਧੀਨ ਇਹ ਰਹਿਣਗੇ ਜਦੋਂ ਤਾਈਂ ਡਾਕਟਰ ਕਹਿਣਗੇ ਤੁਸੀਂ ਠੀਕ ਹੋ, ਹੁਣ ਤੁਸੀਂ ਬਾਹਰ ਜਾ ਸਕਦੇ ਹੋ। ਸੋ ਇਹ ਜਿੱਥੇ ਵੀ ਹੋਏਗਾ ਇਹੋ ਜਿਹੀ ਗੱਲ, ਅਗਰ ਤੁਹਾਨੂੰ ਕਿਸੇ ਨੂੰ ਪਤਾ ਲੱਗਦਾ ਹੈ ਕਿ ਕੋਈ ਆ ਰਿਹਾ ਔਰ ਬਗੈਰ ਗਵਰਨਮੈਂਟ ਨੂੰ ਦੱਸੇ, ਜਾਂ ਬਗੈਰ ਸਾਡੇ DC ਨੂੰ ਜਾਂ SDM ਨੂੰ, ਜੋ ਵੀ ਸਾਡੇ ਅਫਸਰ ਉੱਥੇ ਲੱਗੇ ਹੋਏ ਉਹਨਾਂ ਨੂੰ ਦੱਸੇ, ਉਹ ਆ ਕੇ ਘਰ 'ਚ ਰਹਿ ਰਿਹਾ, ਜ਼ਰੂਰ ਇਹ ਗੱਲ ਉਹਨਾਂ ਨੂੰ ਪਹੁੰਚਾ ਦਿਓ। ਕਿਉਂਕਿ ਤੁਹਾਡੀ ਆਪਣੀ ਸੰਭਾਲ ਇਸ ਗੱਲ 'ਚ ਹੈ ਕਿ ਤੁਸੀਂ ਦੱਸ ਦਿਓ ਕਿ ਜੀ ਫਲਾਣਾ ਬੰਦਾ ਆਇਆ, ਉਹਨੇ ਆਪਣੇ ਕਿਸੇ ਕੋਲ ਗਿਆ ਨਹੀਂ, ਸਿੱਧੇ ਆਪਣੇ ਘਰ 'ਚ ਗਿਆ, ਦੱਸੋ। ਫਿਰ ਸਾਨੂੰ ਇਹ ਚੈੱਕ ਕਰਾਉਣਾ ਸਾਡੇ ਵਾਸਤੇ ਜ਼ਰੂਰੀ ਪਊਗਾ, ਤਾਂ ਕਿ ਅਸੀਂ ਇਸ ਬਿਮਾਰੀ ਨੂੰ ਕੰਟਰੋਲ ਕਰ ਸਕੀਏ ਉੱਥੇ। ਦੇਖੋ, ਟੈਸਟਾਂ ਦੀ ਗੱਲ ਇਹ ਹੈ, ਤੁਸੀਂ ਕਿਹਾ ਸੀ ਮੈਨੂੰ ਕਿ ਜਿਹੜੇ ਕਿੱਟ ਆਉਂਦੇ ਨੇ ਕਰੋਨਾ ਦੇ, ਇਹ ਕਿੱਟ ਆ ਗਏ ਸੀ। ਪਹਿਲਾਂ ਚਾਈਨਾ ਤੋਂ ਮੰਗਵਾਏ ਸੀ ਅਸੀਂ, ਫਿਰ ਮੇਰਾ ਖਿਆਲ ਸਾਊਥ ਕੋਰੀਆ ਤੋਂ ਮੰਗਵਾਏ ਸੀ। ਲੇਕਿਨ ਇਹਦੇ ਨਾਲ ਪਤਾ ਨਹੀਂ ਲੱਗ ਰਿਹਾ, ਕਿਤੇ ਕਿੱਟ ਦੇ ਵਿੱਚ ਉਹ ਬੰਦਾ ਕੋਈ ਕਰੋਨਾ ਨਜ਼ਰ ਆਉਂਦੀ ਹੈ, ਕਿਤੇ ਨਹੀਂ ਆਉਂਦੀ। ਤਾਂ ਇਹ ਕੋਈ ਠੀਕ ਨਹੀਂ ਸੀ। ਤਾਂ ਆਪਣੀ ਗਵਰਨਮੈਂਟ ਨੇ, ਹਿੰਦੁਸਤਾਨ ਦੀ ਗਵਰਨਮੈਂਟ ਨੇ ਇਹ ਕਿੱਟ ਵਾਪਸ ਕਰ ਦਿੱਤੇ ਨੇ, ਔਰ ਹੁਣ ਕਰੋਨਾ ਟੈਸਟਿੰਗ ਹੀ ਡਾਇਰੈਕਟ ਹੁੰਦੀ ਹੈ। ਉਹਦੇ ਵਾਸਤੇ ਪੰਜਾਬ 'ਚ ਪਹਿਲਾਂ ਸਾਡੇ ਕੋਲ ਬਹੁਤ ਘੱਟ ਸੀ, 700 ਦੇ ਕਰੀਬ ਹੁੰਦੇ ਸੀ,
फिर 2500 ਤੇ ਪਹੁੰਚ ਗਏ ਔਰ ਹੁਣ ਅਸੀਂ 6-7000 ਟੈਸਟ ਡੇਲੀ ਅਸੀਂ ਕਰ ਰਹੇ ਹਾਂ। ਮਸ਼ੀਨਾਂ ਨਵੇਂ ਮੰਗਾਈਆਂ ਨੇ ਔਰ ਡਾਇਰੈਕਟ ਕਰੋਨਾ ਦਾ ਟੈਸਟ ਇੱਥੇ ਹੋ ਰਿਹਾ। ਤਾਂ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਤਾਂ ਤੁਹਾਨੂੰ 24 ਘੰਟੇ 'ਚ ਪਤਾ ਲੱਗ ਜੂ ਕਿਸੇ ਨੂੰ ਕਰੋਨਾ ਹੈ ਜਾਂ ਨਹੀਂ ਹੈ। ਉਹ ਜਿਹੜਾ ਟੈਸਟ ਹੁੰਦਾ ਸੀ ਉਹ ਕਰੋਨਾ ਟੈਸਟ ਨਹੀਂ ਸੀ, ਉਹ ਐਂਟੀਬਾਡੀਜ਼ ਟੈਸਟ ਹੁੰਦਾ ਸੀ, ਇੱਕ ਹੋਰ ਕਿਸਮ ਦਾ ਟੈਸਟ। ਉਹ ਨਹੀਂ ਠੀਕ ਚੱਲਿਆ ਤਾਂ ਸਾਨੂੰ ਇਹ ਕਰਨਾ ਪਿਆ। ਹੁਣ ਇਹ ਸੰਦੀਪ ਜੀ ਲੁਧਿਆਣੇ ਤੋਂ ਉਹਨਾਂ ਨੇ ਸਵਾਲ ਕੀਤਾ ਮੈਨੂੰ, ਤੁਸੀਂ ਫਿਰ ਕਈ ਮੈਨੂੰ ਦੁਬਈ ਤੋਂ ਇੱਕ ਕਮਲਜੀਤ ਸਿੰਘ ਜੀ ਨੇ ਲਿਖਿਆ ਚੰਡੀਗੜ੍ਹ ਅਸੀਂ ਆਉਣਾ ਚਾਹੁੰਦੇ ਹਾਂ, ਕੋਈ ਫਲਾਈਟਾਂ ਨਹੀਂ। ਦੇਖੋ ਫਲਾਈਟਾਂ ਆਹਿਸਤਾ ਆਹਿਸਤਾ ਸਾਰੀ ਸ਼ੁਰੂ ਹੋ ਰਹੀਆਂ ਨੇ ਔਰ ਉਹਦੇ ਵਿੱਚ ਡੇਲੀ 3 ਫਲਾਈਟਾਂ ਦੁਬਈ 'ਚੋਂ ਆ ਰਹੀਆਂ ਨੇ ਲੋਕਾਂ ਨੂੰ ਲੈ ਕੇ। ਥੋੜ੍ਹਾ ਤਰੀਕਾ ਇੱਕੋ ਹੀ ਹੈ, ਅਸੀਂ ਵੀ ਇਤਲਾਹ ਕਰ ਦਾਂਗੇ, ਲੇਕਿਨ ਕੌਂਸੂਲੇਟ ਜੋ ਹੈ ਸਾਡਾ ਹਿੰਦੁਸਤਾਨ ਦਾ ਉੱਥੇ ਦੁਬਈ ਦੇ ਵਿੱਚ, ਉੱਥੇ ਜਾ ਕੇ ਤੁਸੀਂ ਆਪਣਾ ਨਾਮ ਨੋਟ ਕਰਾਓ ਔਰ ਦੱਸੋ ਕਿ ਤੁਸੀਂ ਚੰਡੀਗੜ੍ਹ ਪਹੁੰਚਣਾ ਔਰ ਜਦੋਂ ਫਲਾਈਟ ਦੇ ਵਿੱਚ ਉਹਨਾਂ ਨੂੰ ਜਗ੍ਹਾ ਹੋਏਗੀ ਉਹ ਤੁਹਾਨੂੰ ਉੱਥੋਂ ਭੇਜਣਗੇ। ਨੋਰਮਲ ਫਲਾਈਟਾਂ ਹਾਲੇ ਨਹੀਂ ਚੱਲੀਆਂ, ਇਹ ਸਿਰਫ ਜੋ ਆਪਣੇ ਲੋਕ ਉੱਥੇ ਫਸੇ ਹੋਏ ਨੇ ਉਹਨਾਂ ਵਾਸਤੇ ਫਲਾਈਟ ਹੈ। ਤਾਂ ਇਹ ਤੁਸੀਂ ਆਪਣੇ ਕੌਂਸਲ ਜਨਰਲ ਕੋਲ ਜਾਓ ਕੌਂਸੂਲੇਟ ਵਿੱਚ ਔਰ ਜਿਹੜਾ ਉੱਥੇ ਅਫਸਰ ਨਿਯੁਕਤ ਕੀਤਾ ਉਹ ਆਪਣਾ ਨੋਟ ਸਭ ਕੁਛ ਉਹਨੂੰ ਨੋਟ ਕਰਾਓ। ਫਿਰ ਤੁਸੀਂ ਇਹ ਵੀ ਪੁੱਛਿਆ ਕਿ UK ਦੇ ਕਦੋਂ ਫਲਾਈਟਾਂ ਜਾਣਗੀਆਂ। ਸਿਰਫ ਇੱਕ ਜਾ ਰਹੀ ਹੈ ਇਸ ਵੇਲੇ ਫਲਾਈਟ ਅੰਮ੍ਰਿਤਸਰ ਤੋਂ। ਅੱਗੇ ਕਦੋਂ ਜਾਣਗੀਆਂ, ਕਿੱਥੋਂ ਜਾਣਗੀਆਂ, ਇਹ ਹੁਣ ਜਦੋਂ ਗਵਰਨਮੈਂਟ ਆਫ ਇੰਡੀਆ ਫੈਸਲਾ ਕਰੂ ਉਹ ਦੱਸਣਗੇ, ਕਿਉਂਕਿ ਫਲਾਈਟਾਂ ਦਾ ਕੰਮ ਉਹਨਾਂ ਦਾ ਹੈ ਔਰ ਉਹਨਾਂ ਨੂੰ ਆਪਣੇ ਜੈਸੇ ਹੁਣ UK ਦੇ ਨਾਲ ਅਗਰ ਉਹ 4 ਫਲਾਈਟਾਂ ਭੇਜਦੇ ਨੇ ਆਪਾਂ 4 ਭੇਜਦੇ ਹਾਂ, ਅਗਰ ਉਹ 7 ਭੇਜਣਗੇ ਆਪਾਂ 7 ਭੇਜਾਂਗੇ। ਇਹ ਸਿਸਟਮ ਹੁੰਦਾ ਹੈ, ਕੁਛ ਰੱਖਿਆ ਹੁੰਦਾ। ਤਾਂ ਜਦੋਂ ਗਵਰਨਮੈਂਟ ਆਫ ਇੰਡੀਆ ਫੈਸਲਾ ਕਰੂ ਫਿਰ ਹੀ ਅਸੀਂ ਦੱਸ ਸਕਾਂਗੇ। ਇਹ ਸਾਡੇ ਅਧੀਨ ਨਹੀਂ ਹੈ, ਫਲਾਈਟਸ ਉਹੀ ਦੱਸਣਗੇ। ਇਹ ਸਵਾਲ ਸੀ ਮਨਸੀ ਪੂਰੀ ਜੀ ਦਾ ਅੰਮ੍ਰਿਤਸਰ ਤੋਂ। ਤੁਸੀਂ ਫਿਰ ਹੋਰ ਪੁੱਛਿਆ ਧੀਰਜ ਸ਼ਰਮਾ ਹੈਦਰਾਬਾਦ ਤੋਂ ਕਿ ਮੈਂ ਫਸਿਆ ਹੋਇਆ, ਸਾਡੇ ਲੋਕ ਫਸੇ ਹੋਏ ਨੇ ਪੂਨਾ, ਹੈਦਰਾਬਾਦ ਅਤੇ ਬੈਂਗਲੌਰ। ਕਦੋਂ ਚੰਡੀਗੜ੍ਹ ਦੀ ਫਲਾਈਟ ਸ਼ੁਰੂ ਹੋ ਰਹੀਆਂ ਨੇ? ਕੁਛ ਅੱਜ ਸ਼ੁਰੂ ਹੋ ਗਈਆਂ, ਬੈਂਗਲੌਰ ਦੀ ਤਾਂ ਸ਼ੁਰੂ ਹੋ ਗਈ, ਪੂਨਾ ਔਰ ਹੈਦਰਾਬਾਦ 2-4 ਦਿਨਾਂ 'ਚ ਇਹ ਵੀ ਸ਼ੁਰੂ ਹੋ ਜਾਣੀ ਹੈ। ਆਹਿਸਤਾ ਆਹਿਸਤਾ ਇਹ ਫਲਾਈਟਾਂ ਇੰਟਰਨਲ ਆਪਣੀਆਂ ਫਲਾਈਟਾਂ ਸ਼ੁਰੂ ਹੋ ਰਹੀਆਂ ਨੇ। ਧਰੁਵ ਜੈਨ ਜੀ, ਦੀਪਾਂਸ਼ੂ ਕੁਮਾਰ ਜੀ ਨੇ ਪੁੱਛਿਆ ਵਾਟ ਆਰ ਯੋਰ ਵਿਊਜ਼ ਔਨ ਫੋਰਨ ਐਲੀਮੈਂਟਸ ਲਾਈਕ ਖਾਲਿਸਤਾਨ ਆਰਗੇਨਾਈਜੇਸ਼ਨ ਟਰਾਈ ਟੂ ਡਿਸਟਰਬ ਦ ਪੀਸ ਇਨ ਪੰਜਾਬ। ਮੇਰਾ ਖਿਆਲ ਤੁਹਾਨੂੰ ਬੜਾ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇਸ ਦੇ ਬਹੁਤ ਸਖਤ ਖਿਲਾਫ ਹੈ ਔਰ ਸਖਤ ਕਾਰਵਾਈ ਕਰੂੰਗਾ। ਮੈਂ ਪੰਜਾਬ ਦੀ ਆਬ ਹਵਾ ਵਿਗੜਨੀ ਦੇਣੀ ਔਰ ਚਾਹੇ ਅੱਜ ਹੀ ਆਇਆ ਇੱਕ ਬੰਦਾ ਉੱਥੇ, ਇਹ ਸਾਡੇ ਪੰਜਾਬ ਹਿੰਦੁਸਤਾਨ 'ਚ ਤੋਂ ਇਹ ਬੈਨ ਲੱਗੀ ਇਸ ਦੇ ਉੱਪਰ, ਇਹ ਲੋਕਾਂ ਨੂੰ ਉੱਥੇ ਖਰਾਬ ਕਰਦਾ ਔਰ ਇਹਨੂੰ ਹੁਣ ਔਖ ਇਹ ਹੈ ਕਿ ਜਦੋਂ ਇਹਨਾਂ ਦਾ ਟਰੂਡੋ ਆਇਆ ਸੀ ਉਹਦੇ ਪ੍ਰਾਈਮ ਮਿਨਿਸਟਰ, ਮੈਂ ਉਹਨੂੰ ਲਿਸਟ ਦਿੱਤੀ ਸੀ ਕਿ ਕਿਹੜੇ ਇਹ ਬਦਮਾਸ਼ੀ ਕਰਦੇ ਨੇ ਔਰ ਪੰਜਾਬ ਦੀ ਆਬ ਹਵਾ ਖਰਾਬ ਕਰਦੇ ਨੇ। ਅਤੇ ਵਿੱਚ ਹੀ ਇਹਦਾ ਨਾਂ ਸੀ ਪਤਵੰਤ ਸਿੰਘ ਦਾ ਔਰ ਇਹ ਹੁਣ ਉੱਥੇ ਜਾ ਕੇ ਰੌਲਾ ਪਾ ਰਿਹਾ। ਪਰ ਟਰੂਡੇ ਨੂੰ ਆਏ ਨੂੰ 2 ਸਾਲ ਹੋ ਗਏ ਨੇ, ਪਤਾ ਨਹੀਂ ਹੁਣ ਤਾਂ ਹੀ ਸੁੱਤਾ ਪਿਆ ਸੀ ਉਹ ਕੁਛ। ਪਰ ਇਹੀ ਬੰਦਾ ਹੈ ਜਿਹੜਾ ਸਾਡੀ ਵਿਗਾੜ ਪਾਉਣ ਦੀ ਕੋਸ਼ਿਸ਼ ਕਰਦਾ। ਇਹ ਅਗਰ ਇਹ ਸਮਝਦਾ ਹੈ ਕਿ ਇਹ ਜੇ ਇੰਨੀ ਹਿੰਮਤ ਹੈ ਨਾ ਵੜ ਕੇ ਦੇਖੇ ਪੰਜਾਬ 'ਚ, ਮੈਂ ਸਿੱਧਾ ਕਰਕੇ ਇਹਨੂੰ ਛੱਡੂੰਗਾ ਉੱਥੇ। ਇਸ ਕਿਸਮ ਦੀ ਪੰਜਾਬ ਦੇ ਵਿੱਚ ਇੱਕ ਗੱਲ ਸੁਣ ਲਓ, ਬਹੁਤ ਸਾਡਾ ਨੁਕਸਾਨ ਹੋਇਆ। 14 ਸਾਲ ਅਸੀਂ ਇੱਥੇ ਭੁਗਤੇ ਹਾਂ, ਪਤਾ ਨਹੀਂ ਕਿੰਨੇ ਲੋਕ ਮਰੇ ਨੇ, ਕਿੰਨਾ ਇੱਥੇ ਨੁਕਸਾਨ ਆਰਥਿਕ ਤੌਰ 'ਤੇ ਹੋਇਆ, ਕਿੰਨੇ ਪੁਲਿਸ ਵਾਲੇ ਮਰੇ ਨੇ, ਕਿੰਨੇ ਆਮ ਜਨਤਾ ਮਰੀ ਹੈ। ਥੋੜ੍ਹਾ ਖਿਆਲ ਮੈਂ ਹੁਣ ਦੇਊਂਗਾ ਇਹਨੂੰ ਪਤਵੰਤ ਇਹਨਾਂ ਨੂੰ ਇਹ ਜਿਹੇ ਬੰਦਿਆਂ ਨੂੰ ਉਰੇ ਵੜ ਕੇ ਕੁਛ ਕਰਨ ਦਾ ਬਿਲਕੁਲ ਨਹੀਂ ਆਉਣਾ। ਕੋਈ ਇੱਥੇ ਗੜਬੜ ਕਰਨ ਦੀ ਕੋਸ਼ਿਸ਼ ਕਰੇ, ਚਾਹੇ ਪਾਕਿਸਤਾਨ ਕਰੇ, ਚਾਹੇ ਇਹ ਕਰਨ, ਚਾਹੇ ਇਹ ਲੋਕ ਹੁਣ ਆਪਣੇ ਆਪ ਕੋਸ਼ਿਸ਼ ਗੁੰਡਾਗਰਦੀ ਜੋ ਇੱਥੇ ਕਰਦੇ ਨੇ, ਸਾਰਿਆਂ ਨੂੰ ਅਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਅੰਦਰ ਸਿੱਧਾ ਕਰਾਂਗੇ। ਇਹ ਸਮਝ ਲੈਣ ਇਹਨਾਂ ਦੇ ਟੈਰਰਿਸਟ ਮੋਡਿਊਲਸ ਮੈਂ ਬਹੁਤ ਤੋੜ ਚੁੱਕੇ ਹਾਂ ਉਰੇ। 32 ਦੇ ਕਰੀਬ ਅਸੀਂ ਟੈਰਰਿਸਟ ਮੋਡਿਊਲ ਚੱਕੇ ਨੇ, ਕੋਈ 200 ਦੇ ਕਰੀਬ ਤਾਂ ਇਹਨਾਂ ਦੇ ਹਥਿਆਰ ਫੜੇ ਨੇ ਅਸੀਂ ਔਰ ਸਾਰਿਆਂ ਨੂੰ ਫੜ ਕੇ ਅਸੀਂ ਸਿੱਧਾ ਕਰ ਰਹੇ ਹਾਂ। ਅਸੀਂ ਇਹੋ ਜਿਹੀ ਕੋਈ ਗੱਲ ਨਹੀਂ, ਇਹ ਨਾ ਸਮਝਣ ਇੱਥੇ ਕਿ ਪੰਜਾਬ ਇੱਥੇ ਆ ਕੇ ਤੁਸੀਂ ਜੋ ਜੀ ਕਰਦਾ ਤੁਸੀਂ ਕਰੀ ਚੱਲੋ। ਅਸੀਂ ਸਾਰੀ ਸਾਡੀ ਸਿਕਿਉਰਿਟੀ ਸਰਵਿਸਿਜ਼ ਤਿਆਰ ਬੈਠੀਆਂ ਨੇ, ਬਾਰਡਰ 'ਤੇ ਬੈਠੀ ਹੈ BSF, ਉਹਦੇ ਮਗਰ ਅਸੀਂ ਬੈਠੇ ਹਾਂ, ਸਾਡੇ ਮਗਰ ਬੈਠੀ ਹੈ ਫੌਜ। ਹੁਣ ਗੜਬੜ ਕਰਾ ਕੇ ਦਿਖਾਉਣ ਮੈਨੂੰ, ਬਿਲਕੁਲ ਸਿੱਧਾ ਕਰਾਂਗੇ ਇਹਨਾਂ ਨੂੰ। ਤੁਸੀਂ ਫਿਰ ਮੈਨੂੰ ਇਹ ਕਿਹਾ ਕਿ ਕਈ ਸਬਜ਼ੀਆਂ ਮੰਡੀਆਂ ਦੇ ਵਿੱਚ ਕੁਆਰੰਟੀਨ ਵਗੈਰਾ ਦਾ ਕੀ ਉੱਥੇ ਟ੍ਰੈਫਿਕ ਕੰਟਰੋਲ ਨਹੀਂ ਹੈ। ਉਹ ਮੈਂ ਪੁਲਿਸ ਵਾਲਿਆਂ ਨੂੰ ਦੱਸ ਰਿਹਾ ਕਿ ਸਬਜ਼ੀ ਮੰਡੀਆਂ ਦੇ ਵਿੱਚ ਜਿੱਥੇ ਜ਼ੋਰ ਹੁੰਦਾ ਸਵੇਰ ਦੇ ਵੇਲੇ ਉਹ ਧਿਆਨ ਰੱਖਣ ਤਾਂ ਕਿ ਉੱਥੇ ਸੋਸ਼ਲ ਡਿਸਟੈਂਸਿੰਗ ਦਾ ਪ੍ਰਬੰਧ ਹੋ ਸਕੇ। ਸਪੂਰੀਅਸ ਲਿਕਰ ਐਲਕੋਹਲ ਪੰਜਾਬ ਦੇ ਵਿੱਚ ਮੈਨੂਫੈਕਚਰਿੰਗ ਦਾ ਇਹ ਹੁੰਦਾ ਹੈ ਹਰ ਵੇਲੇ। ਜਦ ਕਦੇ ਬੈਨ ਲੱਗ ਜਾਂਦਾ ਨਾ
ਚਾਹੇ ਅਮਰੀਕਾ ਦਾ ਇਤਿਹਾਸ ਦੇਖ ਲਓ, ਕਿਤੇ ਦਾ ਵੀ ਦੇਖ ਲਓ, ਉਦੋਂ ਲੋਕ ਇਹ ਗੜਬੜ ਕਰਨ ਦੀ ਕੋਸ਼ਿਸ਼ ਕਰਦੇ ਨੇ। ਹੁਣ ਜਦ ਸਾਡਾ ਬੈਨ ਲੱਗ ਗਿਆ ਸੀ ਕਿ ਲੀਕਰ ਦੀ ਸੇਲ ਨਹੀਂ ਹੋਣੀ, ਲੀਕਰ ਫੈਕਟਰੀਆਂ ਨਹੀਂ ਚੱਲ ਸਕਦੀਆਂ, ਆਹ ਹੈ ਤੁਹਾਡਾ ਆંકੜੇ, ਦੇਖ ਲਓ ਪੰਜਾਬ ਕੀ ਹੋ ਰਿਹਾ ਸੀ ਕਿ ਅਸੀਂ ਇਲਿਸਿਟ ਲੀਕਰ 17/5 ਤੋਂ ਲੈ ਕੇ 25/5 ਤੱਕ ਅਸੀਂ FIR 1729 ਕੀਤੀਆਂ ਨੇ। ਜਿਹੜੇ ਬੰਦੇ ਪਕੜੇ ਗਏ ਨੇ, ਅਰੈਸਟ ਹੋਏ ਨੇ ਔਰ ਅੰਦਰ ਜੇਲ੍ਹ 'ਚ ਨੇ 1360। ਔਰ ਜਿੰਨੀ ਇਲਿਸਿਟ ਲਿਕਰ ਹੈ, ਜੋ ਦੇਸੀ ਲਿਕਰ ਬਣਾਉਂਦੇ ਨੇ, 16,583 ਲੀਟਰ ਇਹ ਅਸੀਂ ਪਕੜਿਆ। ਜਿਹੜੇ ਆਮ ਵਿਸਕੀਆਂ ਬਣਦੀਆਂ ਨੇ, ਪਤਾ ਨਹੀਂ ਅਸਲੀ ਹੈ ਜਾਂ ਇਹ ਭਰ ਕੇ ਅੰਦਰ ਭਰ ਦਿੰਦੇ ਨੇ, ਉਹ 62,477 ਲੀਟਰ ਅਸੀਂ ਇਹ ਫੜੀ ਹੈ। ਔਰ ਲਾਹਣ ਕਿਲੋਆਂ ਦੇ ਵਿੱਚ 4,71,371 ਆ ਤਾਂ ਤੁਸੀਂ ਇੱਥੇ ਕਰਦੇ ਹੋ। ਔਰ ਜਿਹੜੇ ਉਹ ਪੁਲਿਸ ਨੇ ਇਹ ਦੇਖਿਆ ਜਿੱਥੇ ਭੱਠਿਆਂ ਦੇ ਵਿੱਚ ਆਪਣੇ ਬਣਾਈ ਜਾਂਦੇ ਨੇ ਸ਼ਰਾਬ, ਉਹ 97 ਭੱਠੇ ਜੇ ਇਹਨਾਂ ਨੇ ਫੜ ਕੇ ਉੱਥੇ ਨਿਪਟ ਕੇ। ਤਾਂ ਇਸ ਕਿਸਮ ਦਾ ਤਾਂ ਥੋੜ੍ਹਾ ਕੰਮ ਹੋ ਰਿਹਾ ਹੈ। ਜਦੋਂ ਇਹ ਹੁੰਦਾ ਉਦੋਂ ਜਦੋਂ ਕੋਈ ਇਹ ਗੱਲ ਹੋਏ, ਹੁਣ ਇਹ ਬਿਲਕੁਲ ਸਖਤੀ ਨਾਲ ਅਸੀਂ ਲੱਗੇ ਹੋਏ ਹਾਂ। ਔਰ ਮੈਂ ਤੁਹਾਨੂੰ ਪੂਰਾ ਭਰੋਸਾ ਦਿੰਦਾ ਕਿ ਇੱਥੇ ਕੋਈ ਇਹੋ ਜਿਹੀ ਗੱਲ ਨਹੀਂ ਹੋਣੀ। ਇਹ ਗੱਲ ਜ਼ਰੂਰ ਹੈ ਕਿ ਬਾਹਰਲੇ ਸੂਬਿਆਂ ਤੋਂ ਇੱਥੇ ਆਉਣ ਦੀ ਕੋਸ਼ਿਸ਼ ਹੁੰਦੀ ਹੈ, ਕਿਉਂਕਿ ਪੰਜਾਬ ਦੀ ਸ਼ਰਾਬ ਮਹਿੰਗੀ ਹੈ ਕੁਛ, ਤਾਂ ਹਿਮਾਚਲ ਤੋਂ, ਚੰਡੀਗੜ੍ਹ ਤੋਂ, ਹਰਿਆਣਾ ਤੋਂ, ਰਾਜਸਥਾਨ ਤੋਂ ਕਦੇ ਉੱਧਰੋਂ ਆ ਜਾਂਦੀ ਹੈ। ਅਸੀਂ ਹੁਣ ਉੱਥੇ ਬਹੁਤ ਸਖਤੀ ਕਰ ਰਹੇ ਹਾਂ। ਕੋਈ ਇਹੋ ਜਿਹਾ ਸਮਗਲ ਕਰਨ ਦੀ ਕੋਸ਼ਿਸ਼ ਕਰੂ, ਉਹ ਫਿਰ ਅਸੀਂ ਬੜੀ ਸਖਤੀ ਨਾਲ ਉਹਨਾਂ ਦੇ ਨਾਲ ਵਰਤਾਓ ਕਰਾਂਗੇ। ਸਦਰ ਜੀ ਨੇ ਕਲਕੱਤੇ ਤੋਂ ਕਿ ਵਾਟ ਵਿਲ ਯੂ ਸੇ ਅਬਾਊਟ ਸਟੈਂਡ ਆਫ ਬਿਟਵੀਨ ਇੰਡੀਆ ਐਂਡ ਚਾਈਨਾ, ਜੋ ਚੀਨ ਔਰ ਹਿੰਦੁਸਤਾਨ ਦੇ ਨਾਲ ਇਹ ਉੱਪਰਲੇ ਪਾਸੇ ਉਹਨਾਂ ਨੂੰ ਉੱਧਰ ਫਿਕਰ ਹੈ, ਕਿਉਂਕਿ ਉੱਧਰ ਅਰੁਣਾਚਲ ਦੇ ਵਿੱਚ ਇਹ ਕੁਛ ਹੋ ਰਿਹਾ, ਔਰ ਸਾਨੂੰ ਇੱਧਰ ਫਿਕਰ ਹੈ ਕਿਉਂਕਿ ਇੱਧਰ ਸਾਡੇ ਕਸ਼ਮੀਰ ਦੇ ਕੋਲ ਅਕਸਾਈ ਚੀਨ ਵਗੈਰਾ ਵਿੱਚ ਹੋ ਰਿਹਾ। ਇੱਕ ਗੱਲ ਇਹ ਦੇਖ ਲਓ, ਅੱਜ ਅਸੀਂ ਕਿਸੇ ਦੇਸ਼ ਦੇ ਨਾਲ ਕੋਈ ਲੜਾਈ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਆਪਣੇ ਹਾਲਾਤ ਸੁਧਰਨ ਔਰ ਆਪਾਂ ਆਪਣੇ ਕੰਮ ਕਰੀਏ, ਉਹ ਆਪਣਾ ਕੰਮ ਕਰਨ। ਲੇਕਿਨ ਅਗਰ ਇਹ ਇਹੋ ਜਿਹੀ ਗੱਲਾਂ ਕਰਦੇ ਨੇ ਜਿੱਥੇ ਅਸੀਂ ਬਣਾ ਰਹੇ ਹਾਂ ਆਪਣੀ ਪੌਂਗੋਂਗ ਸੋ ਦੇ ਕੋਲ, ਚੁਸ਼ੂਲ ਦੇ ਕੋਲ ਅਸੀਂ ਬਣਾਉਂਦੇ ਹਾਂ ਆਪਣੀ ਇੱਕ ਸੜਕ, ਉਹਨਾਂ ਨੂੰ ਕੀ ਤਕਲੀਫ ਹੈ ਇਸ ਕੰਮ 'ਚ? ਜਦੋਂ ਉਹਨਾਂ ਨੇ ਸਾਡੇ ਏਰੀਆ 'ਚ ਅਕਸਾਈ ਚਿੰਨ ਦੇ ਵਿੱਚ ਇਹ ਸਭ ਕੁਝ ਸਾਂਭੀ ਬੈਠੇ ਨੇ ਔਰ ਸੜਕਾਂ ਬਣਾ ਰਹੇ ਨੇ, ਸਾਡੀ ਏਰੀਆ 'ਚ ਉਹ ਬਣਾ ਰਹੇ ਨੇ, ਉਹ ਅਸੀਂ ਉਹਨਾਂ ਨੂੰ ਕਹਿੰਦੇ ਰਹਿੰਦੇ ਹਾਂ, ਉਹ ਕੁਛ ਸੁਣਦੇ ਨਹੀਂ। ਲੇਕਿਨ ਅਸੀਂ ਇੱਕ ਸੜਕ ਬਣਾਉਂਦੇ ਹਾਂ, ਉਹਨਾਂ ਨੂੰ ਤਕਲੀਫ ਹੋ ਰਹੀ ਹੈ ਕੋਈ ਕਿਸਮ ਦੀ। ਤਾਂ ਆਪਾਂ ਜੈਸੇ ਅਗਰ ਡਿਪਲੋਮੈਟਿਕ ਤਰੀਕੇ ਨਾਲ ਇਹਦਾ ਕੋਈ ਸਮਝੌਤਾ ਹੋ ਸਕਦਾ ਤਾਂ ਬੜੀ ਅੱਛੀ ਗੱਲ ਹੈ, ਹੋ ਜੇ। ਅਸੀਂ ਨਹੀਂ ਚਾਹੁੰਦੇ ਕਿ ਝਗੜਾ ਹੋਏ, ਲੇਕਿਨ ਆਪਾਂ ਪਿੱਠ ਵੀ ਨਹੀਂ ਦਿਖਾਉਣੀ। ਔਰ ਇਹ ਚੀਨੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਵਾਰ ਹੋ ਗਿਆ ਸੋ ਹੋ ਗਿਆ। 1962 ਹਿੰਦੁਸਤਾਨ ਦੀ ਫੌਜ ਹੁਣ ਬਿਲਕੁਲ ਤਿਆਰ ਬੈਠੀ ਹੈ, ਤਾਂ ਇਹ ਸਾਡੇ ਨਾਲ ਪੰਗਾ ਨਾ ਲਓ। ਲੇਕਿਨ ਜੈਸੇ ਮੈਨੇ ਕਿਹਾ, ਅਸੀਂ ਜੰਗ ਨਹੀਂ ਚਾਹੁੰਦੇ, ਲੇਕਿਨ ਅਗਰ ਅਸੀਂ ਕਰਦੇ ਰਹੇ ਫਿਰ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਰਹਿਣਾ। ਇਸ ਕਰਕੇ ਤੁਸੀਂ ਵੀ ਸੁਧਰੋ ਔਰ ਤੁਸੀਂ ਸੁਧਰ ਕੇ ਸਾਡੇ ਨਾਲ ਗੱਲਬਾਤ ਕਰੋ ਔਰ ਇਹਦਾ ਹੱਲ ਕੱਢੀਏ ਆਪਾਂ ਕੁਛ। ਇਹ ਹੁਣ ਬੜੀ ਗੱਲ ਤੁਸੀਂ ਪੁੱਛੀ ਹੈ ਮੈਨੂੰ ਗਗਨਦੀਪ ਜੀ ਹੁਸ਼ਿਆਰਪੁਰ ਨਾਲ, ਕਿ ਅਕਾਲੀ ਦਲ ਕਹਿੰਦਾ ਕਿ ਅਸੀਂ ਬਿਜਲੀ ਪਾਣੀ ਤੇ ਦੀ ਮੋਟਰਾਂ 'ਤੇ ਬਿੱਲ ਲਾਵਾਂਗੇ। ਇਹ ਅਕਾਲੀ ਦਲ ਦੀ ਆਦਤ ਹੀ ਹੈ ਝੂਠ ਬੋਲਣ ਦੀ। ਜਦ ਤੋਂ ਪਿਛਲੀ ਸਰਕਾਰ ਸੀ ਮੇਰੇ, ਉਦੋਂ ਵੀ ਇਹਨਾਂ ਨੇ ਕਰਤੀ ਕਿ ਜੀ ਕਾਂਗਰਸ ਨੇ ਤਾਂ ਬਿੱਲ ਲਾ ਦੇਣੇ ਨੇ। ਹੁਣ 3 ਸਾਲ ਸਾਨੂੰ ਹੋ ਗਏ, ਹੁਣ ਰੋਜ਼ ਹੀ ਕਹੀ ਜਾਂਦੇ ਨੇ ਬਿੱਲ ਆਉਣਗੇ ਜੀ, ਬਿੱਲ ਆਉਣਗੇ ਜੀ। ਅਸੀਂ ਕਿਉਂ ਬਿੱਲ ਆਏ? ਅਸੀਂ ਕਮਲੇ ਹਾਂ ਕੋਈ ਕਿ ਬਿੱਲ ਲਾ ਦੀਏ ਆਪਣੇ ਕਿਸਾਨਾਂ ਦੇ ਉੱਪਰ, ਜਦੋਂ ਸਾਨੂੰ ਪਤਾ ਹੈ ਕਿ ਹਾਲਾਤ ਕੀ ਇੱਥੇ ਬਣੇ ਹੋਏ ਨੇ। ਇਹ ਬਿਲਕੁਲ ਕੋਈ ਬਿੱਲ ਨਹੀਂ ਸਾਡਾ ਪੰਜਾਬ ਦੇ ਉੱਪਰ ਕਿਸੇ ਕਿਸਾਨ ਦੇ ਉੱਪਰ ਲੱਗਣਾ, ਕੋਈ ਟਿਊਬਵੈੱਲ ਦੇ ਉੱਪਰ ਨਹੀਂ ਲੱਗਣਾ। ਇਹਨਾਂ ਨੂੰ ਆਦਤ ਹੈ ਬੋਲਣ ਦੀ, ਤੁਸੀਂ ਇਹਨਾਂ ਦੀ ਆਦਤ ਵਿੱਚ ਨਾ ਪਾਓ। ਇਹਨਾਂ ਦੀ ਸੁਣਦੇ ਰਹੋ ਔਰ ਉਹਨਾਂ ਨੂੰ ਕਹਿ ਦਿਓ ਕਿ ਤੁਸੀਂ ਝੂਠ ਬੋਲ ਰਹੇ ਹੋ। ਮੈਂ ਬੈਠਾ ਉਰੇ ਦੇਖਾਂਗੇ ਕੌਣ ਬਿੱਲ ਇੱਥੇ ਲਾਉਂਦਾ। ਔਰ ਇਹ ਗੱਲਾਂ ਬਿਲਕੁਲ ਸਾਨੂੰ ਨਹੀਂ ਪਤਾ ਕਿ ਸਾਡੀ ਕਿਸਾਨੀ ਕਿਸ ਗਰੀਬੀ ਦੇ ਵਿੱਚ ਬੈਠੀ ਹੈ। ਸਾਡੇ ਤਕਰੀਬਨ 70% ਦੇ ਕੋਲ ਸਾਡੇ 5 ਕਿੱਲੇ ਤੋਂ ਘੱਟ ਦੇ ਮਾਲਕ ਨੇ, ਮਸਾਂ ਆਪਣੀ ਰੋਟੀ ਖਾਂਦੇ ਨੇ, ਬੱਚਿਆਂ ਨੂੰ ਰੋਟੀ ਖਵਾਉਂਦੇ ਨੇ। ਉਹਨਾਂ 'ਤੇ ਹੁਣ ਕੈਸੇ ਅਸੀਂ ਬਿੱਲ ਲਾ ਦਈਏ? ਤਾਂ ਇਹਨਾਂ ਗੱਲਾਂ 'ਤੇ ਤੁਸੀਂ ਨਾ ਹੋ। ਇਹ ਜ਼ਰੂਰ ਹੈ ਕਿ ਅਸੀਂ ਜਿਹੜੀ ਇਹ ਗਵਰਨਮੈਂਟ ਆਫ ਇੰਡੀਆ ਨੇ ਇੱਕ ਕੰਡੀਸ਼ਨ ਲਾਇਆ ਜਿਹੜਾ ਲੋਨ ਦੇਣ ਦਾ ਕਿ ਇਹ ਜਿਹੇ ਕੁਝ ਬਿੱਲ ਕਰਨੇ ਚਾਹੀਦੇ ਨੇ, ਤਾਂ ਪਰ ਉਹ ਸਾਡੀ ਮਰਜ਼ੀ, ਅਸੀਂ ਲਾਈਏ ਅਸੀਂ ਨਾ ਲਾਈਏ। ਜਿੱਥੇ ਤਾਈਂ ਸਵਾਲ ਕਰਨ ਦੀ ਗੱਲ ਹੈ ਤੁਸੀਂ ਉਹਨੂੰ ਕਰੋ, ਉਹਨਾਂ ਨੂੰ ਕਰੋ
ਕਿ ਤੁਸੀਂ ਆਪਣੇ ਵਜ਼ੀਰ ਬਿਠਾਏ ਹੋਏ ਨੇ ਉੱਥੇ ਦਿੱਲੀ ਦੀ ਸਰਕਾਰ ਵਿੱਚ, ਜਿਹੜਾ ਫੈਸਲਾ ਕਰਦੀ ਹੈ ਕਿ ਇੱਥੇ ਬਿੱਲ ਆਓ, ਔਰ ਕਿਆ ਕਰ ਰਹੀ ਹੈ ਹਰਸਿਮਰਤ ਕੌਰ, ਕਿਉਂ ਬੈਠੀ ਹੈ ਉੱਥੇ? ਉਹ ਕਿਉਂ ਨਹੀਂ ਬੋਲਦੀ ਕੈਬਨਿਟ ਦੇ ਵਿੱਚ? ਉਹ ਕਿਉਂ ਨਹੀਂ ਕਹਿੰਦੀ ਕਿ ਅਸੀਂ ਬਿੱਲ ਨਹੀਂ ਅਸੀਂ ਲਗਵਾਉਣ ਦੇਵਾਂਗੇ? ਉਹ ਤਾਂ ਕਹਿਣਾ ਨਹੀਂ, ਜਿਹੜੀ ਅਸੀਂ ਨਹੀਂ ਕਰਨ ਲੱਗੇ ਉਹ ਕਹਿਣਾ ਜੀ ਕਾਂਗਰਸ ਪਾਰਟੀ ਲਾਊਗੀ ਜੀ ਬਿੱਲ। ਤੋ ਇਹ ਜਿਹੜੀਆਂ ਗੱਲਾਂ ਸੈਂਟਰ ਦੀਆਂ ਇਹ ਜਿਹੀ ਚੀਜ਼ਾਂ ਨੇ, ਇਹ ਲੋਕਾਂ ਨੂੰ ਤੁਸੀਂ ਸਦਾ ਵਾਸਤੇ ਗੁੰਮਰਾਹ ਨਹੀਂ ਕਰ ਸਕਦੇ। ਇੱਕ ਵਾਰ ਕਰ ਲਓ, ਦੋ ਵਾਰ ਕਰ ਲਓ, ਸਦਾ ਹੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੀ ਜਾਂਦੇ ਨੇ। ਸੋ ਇਹ ਗੱਲਾਂ ਤੁਸੀਂ ਛੱਡੋ, ਕੋਈ ਬਿੱਲ ਨਹੀਂ ਲੱਗੇਗਾ। ਔਰ ਇੱਥੇ ਅਸੀਂ ਬਿਲਕੁਲ ਆਪਣਾ ਜੈਸੇ ਪਹਿਲਾਂ ਚੱਲ ਰਿਹਾ ਐਂ ਹੀ ਚੱਲੂਗਾ ਕੰਮ। ਅਗਰ ਉਹਨਾਂ ਨੇ ਸਾਨੂੰ ਇਹ ਕੰਡੀਸ਼ਨ ਲਾਈ ਹੈ ਤਾਂ ਜਿਹੜੀ ਕੰਡੀਸ਼ਨ ਲੱਗਣੀ ਹੈ, ਜਿੰਨਾ ਹਿੱਸੇ ਦਾ ਕੰਡੀਸ਼ਨ ਲੱਗਣਾ, ਅਸੀਂ ਨਹੀਂ ਮੰਨਾਂਗੇ ਉਸ ਨੂੰ। ਉਹ ਉਹਨਾਂ ਦੀ ਮਰਜ਼ੀ ਹੈ, ਫਿਰ ਉਸ ਤੋਂ ਬਾਅਦ ਸਾਨੂੰ ਇਜਾਜ਼ਤ ਦੇਣ ਜਾਂ ਨਾ ਦੇਣ। ਟਿੱਡੀਆਂ ਦਾ ਜਿਹੜਾ ਕੰਮ ਹੈ ਮਸਲਾ, ਤੁਸੀਂ ਮੈਨੂੰ ਪੁੱਛਿਆ ਹੈ, ਵਿਕਰਮ ਸਿੱਧੂ, ਰਜੌੜਾ ਗੌਰਵ ਅਤੇ ਵਿਭੂਤੀ ਭੂਸ਼ਣ ਨੇ ਕਿ ਇਹ ਟਿੱਡੀਆਂ ਦੇ ਉੱਪਰ ਤੁਸੀਂ ਕੀ ਕਰ ਰਹੇ ਹੋ। ਦੇਖੋ, ਇਹ ਟਿੱਡੀਆਂ ਦਾ ਬਹੁਤ ਬੜਾ ਹੈ। ਬਲੂਚਿਸਤਾਨ ਦੇ ਵਿੱਚ ਇਹਨਾਂ ਨੇ ਜਨਮ ਲਿੱਤਾ ਔਰ ਉੱਧਰੋਂ ਇੱਧਰ ਨੂੰ ਆ ਗਏ। ਇਹ ਆ ਗਏ ਸੀ ਸੰਗਰੀਆ ਤੱਕ। ਸੰਗਰੀਆ ਤੋਂ ਕੱਲ੍ਹ ਉਹ ਨੀਚੇ ਨੂੰ ਚਲੇ ਗਏ ਔਰ ਮੱਧ ਪ੍ਰਦੇਸ਼ ਦੀ ਤਰਫ। ਪਰ ਅਸੀਂ ਤਿਆਰੀ ਰੱਖੀ ਹੈ 7 ਜ਼ਿਲ੍ਹਿਆਂ ਜੋ ਬਿਲਕੁਲ ਨੀਚੇ ਰਾਜਸਥਾਨ ਹਰਿਆਣੇ ਦੇ ਨਾਲ ਲੱਗਦੇ ਨੇ, ਸਾਰਿਆਂ ਦੇ ਵਿੱਚ ਸਾਡੇ ਕੋਲ ਤਿਆਰੀ ਹੈ। ਦਵਾਈਆਂ ਛਿੜਕਾਉਣ ਵਾਲੀਆਂ ਮਸ਼ੀਨਾਂ ਸਭ ਕੁਝ ਤਿਆਰ ਪਿਆ। ਅਗਰ ਬਾਈ ਚਾਂਸ ਆ ਜਾਣ ਅਸੀਂ ਕਾਬੂ ਕਰਾਂਗੇ। ਲੇਕਿਨ ਇਸ ਵੇਲੇ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਵੱਲ ਨਹੀਂ ਆ ਰਹੇ, ਉੱਧਰ ਨੂੰ ਜਾ ਰਹੇ ਨੇ ਅਤੇ ਉਹਨਾਂ ਦੇ ਜਿਹੜੇ ਸੂਬੇ ਨੇ ਉਹ ਆਪਣਾ ਪ੍ਰਬੰਧ ਉੱਥੇ ਕਰ ਰਹੇ ਨੇ ਇਸ ਦਾ। ਇਹ ਫਿਰ ਗੋਬਿੰਦ ਜੀ ਨੇ ਕਪੂਰਥਲੇ ਤੋਂ ਬਿੱਲ ਦੇ ਬਾਰੇ ਪੁੱਛਿਆ, ਬਿਜਲੀ ਦੇ ਬਿੱਲਾਂ ਦਾ। ਉਹ ਮੈਂ ਤੁਹਾਨੂੰ ਦੱਸ ਚੁੱਕਿਆ, ਦੁਬਾਰਾ ਦੱਸਣ ਦੀ ਲੋੜ ਨਹੀਂ ਉਸਦੀ ਕਿ ਸਾਡਾ ਕੋਈ ਬਿੱਲ ਨਹੀਂ ਲੱਗੇਗਾ ਇੱਥੇ ਐਗਰੀਕਲਚਰ ਪੰਪਾਂ 'ਤੇ। ਤੁਸੀਂ ਇੱਥੋਂ ਜਵਾਹਰਪੁਰ, ਇੱਥੇ ਸਾਡੇ ਗੁਆਂਢੀ ਹੋ ਤੁਸੀਂ, ਪਿੰਡ ਜਵਾਹਰਪੁਰ ਆਪਣੇ ਮੋਹਾਲੀ ਦੇ ਵਿੱਚ ਹੀ ਡੇਰਾ ਬੱਸੀ ਦੇ ਏਰੀਆ 'ਚ। ਔਰ ਤੁਸੀਂ ਮੈਨੂੰ ਕਿਹਾ ਕਿ ਸਾਡੇ 50 ਕੇਸ ਸਾਡੇ ਹੋ ਚੁੱਕੇ ਨੇ, ਬਟ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਠੀਕ ਨੇ। ये भी तुसी क्या है कि आप लोगों को बोलो कि कोरोना से डरे मत, सरकार की जो हदायतें हैं उस पे पालन करो। वो कहते ने कि डरो नहीं, मैनू हो चुके है, मैं ठीक हो गया, पर करो तुसी वही गल्लां जो सरकार कहंदियां ने, सोशल डिस्टेंसिंग, हथ धोना जो डॉक्टर वगैरह कहते हैं। एक कुलविंदर सैनी है डेरा बसी तो, एक होर आई है उन्होंने इत्थों ही जसप्रीत भारद्वाज जी। मैं एक कैमिस्ट्री का लैक्चरर है, कैमिस्ट्री में पढ़ाना है, मैं ऑनलाइन क्लासे लैना है। मैं बड़ा खुश है जेडे तुसी कदम उठाए ने, ते असी सारे बिल्कुल ठीक है। साढ़े जेडे जिन्होंने हो गया सी कोरे वो ठीक हो गए। तुसी फिर ये पूछा मैनू कि कदों, ये पूछा मैनू मानिक ने, नीरज शर्मा, चेतन शर्मा जलंधर और करण नागरा और प्रभजोत सिंह के 10वीं दे डिकलेयर कदों करोगे। डिकलेयर तो असीं कर ही दिते कि ना 5वीं ना 8वीं ना 10वीं दे कोई थोनू इम्तिहान करने की लोड़ नहीं। जो थोड़े सर्टिफिकेट है वो सर्टिफिकेट थोनू बन के साडी डिपार्टमेंट ऑफ एजुकेशन देख लेगी कि थोनू ये पहुँच जाए। फिर तुसीं एक कुलदीप कौर जी ने लुधियाने कहा है कि कुछ स्कूल खुलन लग गए ने, ये बिल्कुल नहीं खुलणगे। जो हुक्म है सरकार का मनणगे इस स्कूल। और मैं डिप्टी कमिश्नर को सुनेहा भेज रहा कि चैक करन, खास करके लुधियाने जितों तुसीं पुछया कि किहड़े स्कूल खुले ने, इन्हां ते फाइन करांगे असीं नहीं असीं होण देना। फिर गुरा महल भाई बठिंडा, उन्हें कहा कि जिहड़ा तुसीं कोविड-19 का तुसीं बड़ा वधिया काम किया है। मैं ये बारे गाना लिखा, मेरा तुहानूं सुनाना चाहुंदा। चलो सुन लांगे गोरा जी, असीं तुहाडा गाना चलो एक दिन आ जाओ, फिर मैनूं सुना देना। और लेबर रिफॉर्म सी जिहड़ी तुसीं मैनूं पुछिआ इत्थे कि लेबर रिफॉर्म्स का एनी प्लान, कोई कदम तुसीं चक रहे हो पंजाब दे विच। देखो, लेबर एक जिहड़ी वधिया इकोनॉमी चल रही है, आर्थिकता चल रही है और वाइबरेंट इकोनॉमी होवे, बड़ी तगड़े तरीके नाल ये वधदी होवे, तो लेबर का जिहड़ा भी उन्होंने दुख है वो साडा दूर करना साडा काम है। एंड ये ताकि कानून भी चले और लेबर भी खुश रहे। ये दोनों चीज़ां असी अगर कोई इहो जी गल हुंदी है
ਸਾਨੂੰ ਦੱਸੋ, ਅਸੀਂ ਜ਼ਰੂਰ ਇਹਦਾ ਕੋਈ ਹੱਲ ਕੱਢਾਂਗੇ। ਨਾ ਇੰਡਸਟਰੀ ਚੱਲ ਸਕਦੀ ਹੈ ਲੇਬਰ ਬਗੈਰ, ਔਰ ਨਾ ਲੇਬਰ ਦੇ ਕੋਈ ਨੌਕਰੀਆਂ ਮਿਲਣੀਆਂ ਜਾਂ ਸਾਧਨ ਬਣਨਗੇ ਜਦ ਤਾਈਂ ਇੰਡਸਟਰੀ ਨਾ ਹੋਏ। ਤਾਂ ਤੁਹਾਨੂੰ ਦੋਨੋਂ ਇੱਕ ਭਾਈ ਪੈਣ ਦੇ ਤਰੀਕੇ ਨਾਲ ਜਾਂ ਭਾਈ ਪਾਈ ਦੇ ਤਰੀਕੇ ਨਾਲ ਤੁਹਾਨੂੰ ਚੱਲਣਾ ਪਊ। ਪੰਜਾਬ ਇੱਕ ਸੂਬਾ ਹੈ ਜਿੱਥੇ ਵਧੀਆ ਤਰੀਕੇ ਨਾਲ ਇੱਥੇ ਚੱਲਦਾ ਰਿਹਾ, ਔਰ ਅਸੀਂ ਚੱਲਣਾ ਚਾਹੀਦਾ ਇੱਕ ਭਾਈ ਪਾਈ ਦੇ ਇੱਕ ਤਰੀਕੇ ਨਾਲ। ਉਹੀ ਤੁਹਾਡਾ ਕਦਮ ਆਪਾਂ ਨੂੰ ਆਪਣੇ ਪੰਜਾਬ ਦੇ ਵਿੱਚ ਰੱਖਣਾ ਪਊ। ਤੋ ਇਹੀ ਗੱਲਾਂ ਸੀਆਂ ਥੋੜ੍ਹੀਆਂ ਤੁਸੀਂ ਜਿਹੜੇ ਮੈਨੂੰ ਸਵਾਲ ਕੀਤੇ ਨੇ ਮੈਨੂੰ। ਵਾਹਿਗੁਰੂ ਕਰੇ ਇਹ ਜਿਹੜੇ ਹੁਣ ਆਪਾਂ ਮੇਰੇ ਮਨ 'ਤੇ ਤਾਂ ਇਹੀ ਕੋਵਿਡ ਦਾ ਹੁਣ ਰਹਿੰਦਾ। ਹੁਣ ਫਸਲ ਤਾਂ ਆ ਗਈ ਆਪਣੀ, ਲੇਕਿਨ ਇਹ ਕੋਵਿਡ ਇੱਕ ਚੀਜ਼ ਬਿਮਾਰੀ ਹੈ। ਮੈਂ ਨਹੀਂ ਚਾਹੁੰਦਾ ਕਿ ਦੇਖੋ ਹਰ ਪੰਜਾਬੀ ਜਿਹਨੂੰ ਕੋਵਿਡ ਹੁੰਦਾ ਮੈਨੂੰ ਦੁੱਖ ਹੈ। ਹਰ ਪੰਜਾਬੀ ਜਿਹੜਾ ਮਰਦਾ ਮੈਨੂੰ ਬਹੁਤ ਹੀ ਦੁੱਖ ਹੈ ਕਿ ਮੇਰਾ ਇੱਕ ਪਰਿਵਾਰ ਦਾ ਜੀ ਮੇਰਾ ਚਲਾ ਗਿਆ। ਤੁਹਾਨੂੰ ਪਤਾ ਹੈ ਕਿੰਨੇ ਸਾਡੇ ਮਰ ਚੁੱਕੇ ਨੇ ਅੱਜ ਤਾਈਂ, ਜਦ ਤੋਂ ਕੋਵਿਡ ਸ਼ੁਰੂ ਹੋਇਆ। 40 ਪੰਜਾਬੀ, ਉਹ ਸਾਰੇ ਇਕੱਲੇ ਜਿਨ੍ਹਾਂ ਦੇ ਪਰਿਵਾਰ ਨੇ। ਤੁਸੀਂ ਤਾਂ ਸਾਰੇ ਮੇਰੇ ਵੀਰ ਹੋ, ਕੋਈ ਮੇਰਾ ਭਾਈ ਹੈ, ਕੋਈ ਬੱਚੇ ਨੇ, ਕੋਈ ਤੁਸੀਂ ਮੇਰੇ ਬਜ਼ੁਰਗ ਹੋ। ਇਹ ਮੈਨੂੰ ਦੁੱਖ ਹੁੰਦਾ ਹੈ ਜਦੋਂ ਇਹ ਗੱਲ ਹੁੰਦੀਆਂ ਨੇ। ਤਾਂ ਹੀ ਮੈਂ ਤੁਹਾਨੂੰ ਬਾਰ-ਬਾਰ ਇਹ ਕਦਮ ਚੱਕਣ ਨੂੰ ਕਹਿਣਾ ਕਿ ਆਪਾਂ ਬਚਾ ਲਓ ਆਪਣੇ ਬੰਦਿਆਂ ਨੂੰ। ਔਰ ਪਲੀਜ਼ ਮੇਰੀ ਗੱਲ ਤੁਸੀਂ ਮੰਨੋ ਕਿ ਤੁਸੀਂ ਆਪਣੇ ਸੋਸ਼ਲ ਡਿਸਟੈਂਸਿੰਗ ਰੱਖੋ, ਹੱਥ ਧੋ, ਕੋਈ ਫਾਲਤੂ ਗੱਲਾਂ ਕਰਨ ਦੀ ਲੋੜ ਨਹੀਂ। ਔਰ ਮਾਸਕ ਪਾਓ। ਮਾਸਕ ਮੈਂ ਸਖਤੀ ਕਰੂੰ। 500 ਰੁਪਏ ਹੁਣ ਫਾਈਨ ਹੈ ਮਾਸਕ ਅਗਰ ਕੋਈ ਨਹੀਂ ਪਾਉਂਦਾ, ਔਰ 500 ਰੁਪਏ ਫਾਈਨ ਹੈ ਅਗਰ ਕੋਈ ਥੁੱਕਦਾ। ਔਰ ਇਹਨੂੰ ਮੈਂ बढ़ा ਦੂੰਗਾ ਹੋਰ, ਲੇਕਿਨ ਮੈਂ ਇੱਥੇ ਕਰੋਨਾ ਨਹੀਂ ਆਉਣ ਦੇਣਾ। ਔਰ ਤੁਹਾਨੂੰ ਮੈਂ ਬੇਨਤੀ ਕਰਦਾ, ਤੁਸੀਂ ਸਾਰੇ ਪੰਜਾਬੀ ਹੋ, ਆਪਣੇ ਸੂਬੇ ਨੂੰ, ਆਪਣੇ ਗੁਆਂਢ ਨੂੰ, ਆਪਣੇ ਪਿੰਡ ਨੂੰ, ਆਪਣੇ ਸ਼ਹਿਰ ਨੂੰ ਤੁਸੀਂ ਬਚਾਉਣਾ ਹੈ। ਔਰ ਤੁਹਾਨੂੰ ਇਹ ਕਦਮ ਚੱਕਣੇ ਪੈਣਗੇ। ਇਹੀ ਮੈਂ ਇੱਥੋਂ ਇੱਕ ਗੱਲ ਤੁਹਾਤੋਂ ਮੰਗਦਾ, ਔਰ ਮੈਂ ਆਸ ਕਰਦਾ ਤੁਸੀਂ ਮੇਰੀ ਗੱਲ ਮੰਨੋਗੇ। ਹੁਣ ਮਿਲਾਂਗੇ ਆਪਾਂ ਫਿਰ ਅਗਲੇ ਹਫ਼ਤੇ। ਬਹੁਤ ਧੰਨਵਾਦ ਤੁਹਾਡਾ। ਜੈ ਹਿੰਦ।